ਐਮਰਜੈਂਸੀ ਕਮਿਸ਼ਨ ਜਿਹੜਾ ਕੋਰਸ ਸੀਗਾ ਇਹਦੇ 2412 ਅਫਸਰ ਸੀਗੇ। ਇਹ ਈਸੀ 1 ਤੋਂ ਲੈ ਕੇ ਈਸੀ 12 ਤੱਕ ਚੱਲਿਆ। ਇਹ ਅਫਸਰਾਂ ਨੇ 1965 ਦੀ ਜੰਗ ਲੜੀ ਤੇ ਜੰਗ ਜਿੱਤੀ। ਇਹਨਾਂ ਅਫਸਰਾਂ ਚੋਂ ਕੁਝ ਅਫਸਰਾਂ ਨੂੰ ਪਰਮਾਨੈਂਟ ਕਰਤਾ ਗਿਆ, ਪਰ ਮੋਸਟਲੀ ਜ਼ਿਆਦਾਤਰ ਅਫਸਰਾਂ ਨੂੰ ਇਹਨਾਂ ਨੇ ਫੌਜ ਚੋਂ ਕੱਢ ਦਿੱਤਾ। ਜਦ ਐਸਐਸ ਆਫਿਸਰ 5 ਸਾਲ 10 ਸਾਲ 12 ਸਾਲ ਔਰ 14 ਸਾਲ ਦੀ ਨੌਕਰੀ ਤੋਂ ਬਾਅਦ ਰਿਲੀਜ਼ ਕੀਤੇ ਜਾਂਦੇ ਹੈ, ਇਹਨਾਂ ਨੂੰ ਕਿੰਨੀ ਡਿਫਿਕਲਟੀ ਹੈ। ਇਹਨਾਂ ਨੂੰ ਦੂਸਰੀ ਲੱਭਣ ਵਾਸਤੇ, ਨੌਕਰੀ ਲੱਭਣ ਵਾਸਤੇ ਤਰਲੇ ਕਰਨੇ ਪੈਂਦੇ ਹੈ। ਕਿਤੇ ਨਾ ਕਿਤੇ ਡਿਸਸੈਟੀਸਫੈਕਸ਼ਨ ਹੈਗੀ ਹੈ ਫੌਜ ਦੇ ਅੰਦਰ ਉਹਨਾਂ ਅਫਸਰਾਂ 'ਤੇ ਜਿਹਨਾਂ ਸਰਵਿਸ ਕਰ ਰਹੇ ਹਨ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਜਦੋਂ ਫੌਜ ਛੱਡਣਗੇ ਨਾ ਤਾਂ ਉਹਨਾਂ ਨੂੰ ਪੈਨਸ਼ਨ ਮਿਲਣੀ ਹੈ, ਨਾ ਹੀ ਉਹਨਾਂ ਨੂੰ ਮੈਡੀਕਲ ਮਿਲਣਾ ਹੈ। ਉਹਨਾਂ ਨੂੰ ਕੀ ਫਾਇਦਾ ਹੋਏਗਾ? ਮੈਂ 1980 'ਚ 10 ਸਾਲ ਦੀ ਨੌਕਰੀ ਕਰਕੇ ਛੱਡੀ। ਮੈਨੂੰ ਸਿਰਫ 10,000 ਰੁਪਇਆ ਗ੍ਰੈਚੁਟੀ ਮਿਲੀ। ਕਿਸੇ ਜਗ੍ਹਾ ਨਹੀਂ ਲਿਖਿਆ ਸੀ ਗ੍ਰੈਚੁਟੀ। ਜੇ ਇਹਨਾਂ ਨੇ ਨਹੀਂ ਦੇਣਾ ਸੀ ਤੇ ਇਹਨੇ ਲਿਖ ਦੇ ਕਿ ਤੁਹਾਨੂੰ ਨਾ ਪੈਨਸ਼ਨ ਮਿਲੇਗੀ ਨਾ ਗ੍ਰੈਚੁਟੀ ਮਿਲੇਗੀ। ਦੱਸੋ ਹਿੰਦੁਸਤਾਨ ਦਾ ਕਿਹੜਾ ਬੱਚਾ ਫੌਜ ਜੁਆਇਨ ਕਰਦਾ? ਅੱਜ ਨਾ ਤਾਂ ਉਹਨੂੰ ਪੈਨਸ਼ਨ ਮਿਲ ਰਹੀ ਹੈ, 10,000 ਗ੍ਰੈਚੁਟੀ ਸਾਲ ਪਹਿਲੇ ਸਾਲ 'ਚ ਹੀ ਖਤਮ ਹੋ ਗਈ, ਨਾ ਉਹਨੂੰ ਮੈਡੀਕਲ ਮਿਲ ਰਿਹਾ। ਇਹਨਾਂ ਨੇ 2009 ਦੇ ਵਿੱਚ ਮੈਡੀਕਲ ਵੀ ਦੇਣਾ ਬੰਦ ਕਰ ਦਿੱਤਾ। ਜੈਟਲੀ ਸਾਹਿਬ ਆਪ ਤਾਂ ਚਲੇ ਗਏ ਦੁਨੀਆ ਛੱਡ ਕੇ, ਆਪਣੇ ਇਲਾਜ ਵਾਸਤੇ ਤਾਂ ਅਮਰੀਕਾ ਜਾਂਦੇ ਸੀਗੇ, ਉਹ ਦੁਨੀਆ ਵੀ ਛੱਡ ਗਏ। ਹੁਣ ਅਸੀਂ ਵੀ ਕਿੱਦਾਂ ਦੁਨੀਆ ਛੱਡ ਜੀਏ ਜੇ ਰੱਬ ਬੁਲਾਉਂਦਾ ਹੀ ਨਹੀਂ ਹੈ। ਅੱਜ 4 ਸਾਲ ਹੋ ਗਏ ਮੈਨੂੰ ਬਿਪਨ ਰਾਵਤ ਜੀ ਨੂੰ ਮਿਲੇ ਹੋਏ। ਉਹ ਜਨਰਲ ਸੀਗੇ, ਹੁਣ ਸੀਡੀਐਸ ਬਣ ਗਏ ਹੈ। ਜੇ ਉਹਨਾਂ ਦੀ ਕੋਈ ਨਹੀਂ ਸੁਣ ਰਿਹਾ। ਜਨਰਲ MM ਨਰਵਾਣੇ ਨੇ 2020 'ਚ ਅਨਾਉਂਸ ਕੀਤਾ ਕਿ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ ਵਾਰ ਵੈਟਰਨ ਨੂੰ। ਇਹਨਾਂ ਦੀ ਕੋਈ ਸੁਣਦਾ ਨਹੀਂ, ਬਿਕੋਜ਼ ਇਹ ਇੱਕ 10-13 ਲੱਖ ਫੌਜ ਦੇ ਮਾਲਕ ਹੈ, ਲੇਕਿਨ ਇੱਕ ਬਿਊਰੋਕਰੇਟ ਇਹਨਾਂ ਦੀ ਗੱਲਾਂ ਨੂੰ ਨਕਾਰ ਕੇ ਪਰੇ ਮਾਰਦਾ ਹੈਗਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦਰਸ਼ਕਾਂ ਨੇ ਜਦੋਂ ਸਰਜੀਕਲ ਸਟ੍ਰਾਈਕ ਦੀ ਗੱਲ ਉੱਠੀ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਦੇਸ਼ ਵਿੱਚ ਘੁਸ ਕੇ ਮਾਰਾਂਗੇ, ਤੇ ਪੂਰੇ ਰਾਸ਼ਟਰ ਨੇ ਉਹਨਾਂ ਦਾ ਸਮਰਥਨ ਕੀਤਾ ਸੀਗਾ। ਪਰ ਇਹ ਦੇਸ਼ ਦੇ ਵਿੱਚ ਘੁਸ ਕੇ ਮਾਰਨ ਦੀ ਹਿਮਾਕਤ ਜਾਂ ਜੁਰਤ ਅਸੀਂ ਕਿਹਨਾਂ ਦੇ ਸਿਰ ਤੇ ਕਰਦੇ ਹਾਂ? ਤਿੰਨੋਂ ਸੈਨਾਵਾਂ ਦੇ ਸਿਰ ਤੇ ਕਰਦੇ ਹਾਂ। ਤਿੰਨੋਂ ਸੈਨਾਵਾਂ ਦੇ ਯੋਧੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆ, ਸਾਡੇ ਸਨਮਾਨ ਦੀ ਰਾਖੀ ਕਰਦੇ ਆ, ਤੇ ਅਸੀਂ ਉਹਨਾਂ ਤੇ ਮਾਣ ਕਰਦੇ ਹਾਂ, ਅਸੀਂ ਉਹਨਾਂ ਤੇ ਭਰੋਸਾ ਕਰਦੇ ਹਾਂ। ਪਰ ਗੱਲ ਉਦੋਂ ਵੱਖਰੀ ਹੋ ਜਾਂਦੀ ਹੈ ਕਿ ਜਦੋਂ ਇਹ ਸਰਹੱਦਾਂ ਦੀ ਰਾਖੀ ਕਰਨ ਵਾਲੇ ਯੋਧੇ ਮੁਸ਼ਕਲਾਂ 'ਚ ਜਾਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਫੈਂਸ ਮਿਨਿਸਟਰੀ ਆਫ ਇੰਡੀਆ ਕੋਲੇ ਜਾਂਦੇ ਨੇ, ਪਰ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ। ਜਦੋਂ ਦੇਸ਼ ਦੀਆਂ ਸਰਹੱਦਾਂ 'ਤੇ ਵਿਪਤਾ ਪੈਂਦੀ ਹੈ ਜਾਂ ਦੇਸ਼ ਦੀ ਸਰਹੱਦ ਨੂੰ ਕਿਤੇ ਮੁਸ਼ਕਿਲ ਆਉਂਦੀ ਹੈ ਜਾਂ ਦੇਸ਼ ਦੀ ਸਰਹੱਦ ਨੂੰ ਖਤਰਾ ਪੈਂਦਾ, ਉਦੋਂ ਇਹ ਯੋਧੇ ਦੇਸ਼ ਦੀ ਰਾਖੀ ਕਰਦੇ ਨੇ, ਦੇਸ਼ ਦੇ ਲੋਕਾਂ ਦੀ ਰਾਖੀ ਕਰਦੇ ਨੇ। ਇਸ ਟਾਈਮ ਕੁਛ ਗੱਲਾਂ ਇਸ ਹੁੰਦੀਆਂ ਕਿ ਕੁਛ ਦੇਸ਼ ਦੇ ਯੋਧੇ ਰੈਗੂਲਰ ਕੰਮ ਕਰਦੇ ਨੇ, ਕੁਛ ਵਕਤੀ ਬੁਲਾਏ ਜਾਂਦੇ ਨੇ, ਜਿਹਨੂੰ ਕਹਿੰਦੇ ਨੇ ਐਮਰਜੈਂਸੀਆਂ ਸ਼ਾਰਟ ਸਰਵਿਸ ਸੇਵਾਵਾਂ ਦੇ ਤਹਿਤ ਬੁਲਾਏ ਜਾਂਦੇ ਨੇ। ਇਹਨਾਂ 'ਚ ਵਖਰੇਵਾਂ ਰੱਖਿਆ ਜਾਂਦਾ, ਇਹਨਾਂ ਦੀਆਂ ਸਹੂਲਤਾਂ 'ਚ ਵਖਰੇਵਾਂ ਰੱਖਿਆ ਜਾਂਦਾ। ਇਹਨਾਂ ਦਾ ਇਤਰਾਜ਼ ਹੈ ਕਿ ਜਦੋਂ ਅਸੀਂ ਸੇਵਾਵਾਂ ਬਰਾਬਰ ਦਿੰਦੇ ਹਾਂ, ਜਦੋਂ ਅਸੀਂ ਬਰਾਬਰ ਰੈਗੂਲਰ ਸੈਨਿਕਾਂ ਦੇ ਨਾਲ ਰਾਖੀ ਉਸੇ ਤਰ੍ਹਾਂ ਹੀ ਕਰਦੇ ਹਾਂ, ਤਾਂ ਸਾਡੀਆਂ ਸਹੂਲਤਾਂ ਅਤੇ ਸਾਡੀਆਂ ਸੇਵਾਵਾਂ ਦੇ ਮੱਦੇਨਜ਼ਰ ਸਾਨੂੰ ਭੱਤੇ ਬੜੇ ਘੱਟ ਦਿੱਤੇ ਜਾਂਦੇ ਨੇ। ਅਜਿਹਾ ਮੁੱਦਾ ਲੈ ਕੇ ਕੈਪਟਨ ਮਹਾਰਾਜ ਸਿੰਘ ਉੱਪਲ ਜੀ ਪਹੁੰਚੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮਿਨਿਸਟਰੀ ਆਫ ਡਿਫੈਂਸ ਨਾਲ ਉਹਨਾਂ ਦੀ ਲਗਾਤਾਰ ਗੱਲ ਚੱਲ ਰਹੀ ਹੈ, ਪਰ ਕੀ ਹੁੰਦਾ ਕੁਝ ਸਹੂਲਤਾਂ ਦੇ ਬਾਅਦ ਇਹਨਾਂ ਦੀ ਪੈਨਸ਼ਨ ਦੀ ਮੰਗ ਹੈ, ਉਹ ਪੈਨਸ਼ਨ ਬਰਾਬਰ ਨਹੀਂ ਦਿੱਤੀ ਜਾਂਦੀ। ਇਸ ਦੇ ਨਾਲ ਕਈ ਹੋਰ ਮੁੱਦੇ ਨੇ। ਮੈਂ ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਸਿੱਧਾ ਕੈਪਟਨ ਮਹਾਰਾਜ ਸਿੰਘ ਉੱਪਲ ਕੋਲੇ ਜਾਵਾਂਗਾ। ਉਹ ਦਰਸ਼ਕਾਂ ਨਾਲ ਸਾਂਝਾ ਕਰਨਗੇ ਕਿ ਅਸਲੀ ਮਸਲਾ ਹੈ ਕੀ। ਉੱਪਲ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਨਮਸਕਾਰ। ਉੱਪਲ ਸਾਹਿਬ, ਪਹਿਲਾਂ ਤਾਂ ਇਹ ਸਮਝਾਓ ਦਰਸ਼ਕਾਂ ਨੂੰ ਕਿ ਐਮਰਜੈਂਸੀ ਜਾਂ ਸ਼ਾਰਟ ਸਰਵਿਸ ਸੇਵਾਵਾਂ ਹੈ ਕੀ? ਸਰ, ਮੈਂ ਤੁਹਾਨੂੰ ਦੱਸਾਂ ਕਿ ਐਮਰਜੈਂਸੀ ਕਮਿਸ਼ਨ ਔਰ ਸ਼ਾਰਟ ਸਰਵਿਸ ਕਮਿਸ਼ਨ ਕਿਉਂ ਸ਼ੁਰੂ ਕੀਤੇ ਗਏ। ਐਮਰਜੈਂਸੀ ਕਮਿਸ਼ਨ ਜਦੋਂ ਚਾਈਨਾ ਨੇ 1962 'ਚ 20 ਅਕਤੂਬਰ ਨੂੰ ਅਟੈਕ ਕੀਤਾ ਤੇ ਅਸੀਂ ਅਗਲੇ 6 ਦਿਨ ਦੇ ਅੰਦਰ ਅੰਦਰ 3,750 ਅਫਸਰ ਤੇ ਜਵਾਨ ਗਵਾਏ। ਉਹਦੇ ਨਾਲ ਨਾਲ ਅਸੀਂ 43,000 ਸਕੁਅਰ ਕਿਲੋਮੀਟਰ ਏਰੀਆ ਚਾਈਨਾ ਨੇ ਐਨੈਕਸ ਕਰ ਲਿਆ। ਉਹ ਸਾਡੀ ਆਰਮੀ ਦੇ ਬਿਲਕੁਲ ਤਿਆਰੀ ਦੇ ਬਾਅਦ ਇਹ ਹੋਇਆ, ਜਾਂ ਕਹਿ ਸਕਦੇ ਕਿ ਤਿਆਰੀ ਨਹੀਂ ਸੀ ਇਹਨਾਂ ਦੀ। ਉਸ ਵਕਤ ਸ਼ਾਰਟੇਜ ਆਫ ਅਫਸਰ ਸੀਗੀ। ਇਹਨਾਂ ਨੇ ਐਮਰਜੈਂਸੀ ਕਮਿਸ਼ਨ ਓਪਨ ਕਰਨਾ ਚਾਹਿਆ ਕਿ ਪੜ੍ਹੇ ਲਿਖੇ, ਏਬਲ ਬਾਡੀਡ ਔਰ ਮੈਚਿਓਰ ਅਫਸਰ ਚਾਹੀਦੇ ਹਨ ਸਾਨੂੰ, ਤਾਂ ਕਿ ਰੈਗੂਲਰ ਟਰੂਪਸ ਨੂੰ ਉਹ ਪੀਸ ਵੇਲੇ ਜਾਂ ਲੜਾਈ ਦੇ ਸਮੇਂ 'ਤੇ ਰੈਗੂਲਰ ਟਰੂਪਸ ਨੂੰ ਲੀਡ ਕਰ ਸਕਣ। ਇਹ ਐਮਰਜੈਂਸੀ ਕਮਿਸ਼ਨ ਓਪਨ ਜਦੋਂ ਕੀਤਾ ਗਿਆ,
ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਉੱਥੇ ਮਿਨਿਸਟਰ ਨੇ ਆ ਕੇ ਬੜੀ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਕਿ ਤੁਸੀਂ ਦੇਸ਼ ਵਾਸਤੇ ਜਦੋਂ ਵੀ ਕਾਲ ਕੀਤੀ ਗਈ ਔਰ ਤੁਸੀਂ ਆਏ, ਔਰ ਇਹ ਬਹੁਤ ਚੰਗਾ ਹੈ, ਤੁਸੀਂ ਫੇਲ ਨਹੀਂ ਹੋਏ ਆਪਣੀ ਡਿਊਟੀ 'ਚ, ਤੁਸੀਂ ਬੜੇ ਨੰਬਰ ਦੇ ਵਿੱਚ ਆਏ। ਚਲੋ ਇਸ ਕਮਿਸ਼ਨ ਨੇ ਤੁਹਾਨੂੰ ਜਦੋਂ ਬੁਲਾਇਆ ਗਿਆ, ਜਦੋਂ ਇਹ ਸਾਰੇ ਸਮੂਹ ਨੂੰ ਬੁਲਾਇਆ, ਪਹਿਲਾਂ ਤਾਂ ਕਦੋਂ ਬੁਲਾਇਆ ਤੇ ਤੁਹਾਨੂੰ ਕੀ ਦੱਸਿਆ ਸੀ ਵੀ ਕੀ ਤੁਹਾਨੂੰ ਚੀਜ਼ਾਂ ਮਿਲਣਗੀਆਂ? ਤੁਹਾਡੇ ਕੋਲ ਸ਼ਾਇਦ ਕਾਗਜ਼ਾਤ ਨੇ ਉਹਨਾਂ ਦੀ ਡਿਟੇਲ ਦੇ ਵਿੱਚ। ਹਾਂਜੀ, EC1 ਕੋਰਸ ਦੇ ਵਿੱਚ 442 ਅਫਸਰ ਸੀਗੇ, ਅਫਸਰ ਟ੍ਰੇਨੀ ਸੀਗੇ, ਜਿਨ੍ਹਾਂ ਨੂੰ ਟ੍ਰੇਨ ਜਦੋਂ ਕਰਨਾ ਸੀਗਾ। ਇੱਕ ਮਿਨਿਸਟਰ ਸਾਹਿਬ ਆਏ, ਉਹਨਾਂ ਨੇ ਕਿਹਾ ਕਿ ਇਸ ਵੇਲੇ ਦੇਸ਼ ਤੇ ਵਿਪਤਾ ਹੈ ਔਰ ਤੁਸੀਂ ਆਪਣੀ ਡਿਊਟੀ 'ਚ ਫੇਲ ਨਹੀਂ ਹੋਏ, ਤੁਸੀਂ ਇਹ ਕੋਰਸ ਜੁਆਇਨ ਕਰਨ ਵਾਸਤੇ ਆਏ ਹੋ। ਐਮਰਜੈਂਸੀ ਕਮਿਸ਼ਨ ਜਿਹੜਾ ਕੋਰਸ ਸੀਗਾ, ਇਹਦੇ 2412 ਅਫਸਰ ਸੀਗੇ। ਇਹ EC1 ਤੋਂ ਲੈ ਕੇ EC12 ਤੱਕ ਚੱਲਿਆ। ਇਹ ਅਫਸਰਾਂ ਨੇ 1965 ਦੀ ਜੰਗ ਲੜੀ ਤੇ ਜੰਗ ਜਿੱਤੀ। ਇਹਨਾਂ ਅਫਸਰਾਂ 'ਚੋਂ ਕੁਝ ਅਫਸਰਾਂ ਨੂੰ ਪਰਮਾਨੈਂਟ ਕਰਤਾ ਗਿਆ, ਪਰ ਮੋਸਟਲੀ ਜ਼ਿਆਦਾਤਰ ਅਫਸਰਾਂ ਨੂੰ ਇਹਨਾਂ ਨੇ ਫੌਜ 'ਚੋਂ ਕੱਢਤਾ ਔਰ ਇਹਨਾਂ ਦੇ ਅਫਸਰ ਰਿਕਾਰਡ 'ਚ ਲਿਖਿਆ ਹੋਇਆ ਹੈ ਨੋ ਲੌਂਗਰ ਰਿਕੁਆਇਰਡ। ਐਨੀਵੇ, ਇਹਨਾਂ ਅਫਸਰਾਂ ਨੂੰ ਇਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਕਿ ਤੁਸੀਂ 3 ਸਬਜੈਕਟਾਂ 'ਚ ਅਪੀਅਰ ਹੋ ਕੇ IAS ਵਾਸਤੇ IPS ਵਾਸਤੇ ਬਣ ਸਕਦੇ ਹੋ। ਇਹਨਾਂ 'ਚੋਂ ਕਈ ਅਫਸਰ ਜਿਨ੍ਹਾਂ ਨੂੰ ਮੌਕਾ ਮਿਲਿਆ, ਪੜ੍ਹੇ ਲਿਖੇ ਸੀਗੇ, ਉਹ IAS ਅਫਸਰ ਵੀ ਬਣੇ, IFS ਅਫਸਰ ਵੀ ਬਣੇ ਤੇ ਇਹ ਅੰਬੈਸਡਰ ਵੀ ਰਹੇ हैं, डिस्ट्रिक्ट मजिस्ट्रेट भी रहे हैं और चीफ सैकटरी तक रहे हैं। लेकिन ਜਦੋਂ 65 ਦੀ ਲੜਾਈ ਹੋਈ, ਪਾਕਿਸਤਾਨ ਹਾਰ ਗਿਆ। ਉਹ ਜਿੱਦਾਂ ਤੁਸੀਂ ਸੱਪ ਨੂੰ ਛੇੜਦੇ ਹੋ, ਉਹ ਤੁਹਾਨੂੰ ਜ਼ਰੂਰ ਅਟੈਕ ਕਰੇਗਾ ਦੁਬਾਰਾ। ਪਾਕਿਸਤਾਨ ਦੇ ਅਟੈਕ ਦੇ ਬਾਰੇ ਸਾਡੇ ਹਿੰਦੁਸਤਾਨ ਨੂੰ ਪਤਾ ਸੀਗਾ ਤੇ ਇਹਨਾਂ ਨੇ ਇੱਕ ਸ਼ਾਰਟ ਸਰਵਿਸ ਕਮਿਸ਼ਨ 1965 ਵਿੱਚ ਚਲਾਇਆ। 1965 ਜਿਹੜਾ ਕਮਿਸ਼ਨ ਚਲਾਇਆ, ਉਹਦੇ 'ਚ ਇਹਨਾਂ ਨੇ ਪ੍ਰੋਮਿਸ ਕੀਤਾ। ਦਰਸ਼ਕਾਂ ਨੂੰ ਥੋੜਾ ਦਿਖਾ ਦਿਓ ਕੀ ਹੈ ਇਹ 1965 'ਚ। ਹਾਂਜੀ, ਇਹਨਾਂ ਨੇ ਜਦੋਂ ਕੀਤਾ, ਇਹਨਾਂ ਨੇ ਕਿਹਾ ਕਿ ਵੀ ਸਾਨੂੰ ਏਬਲ ਬਾਡੀਡ, ਐਜੂਕੇਟਿਡ, ਪੜ੍ਹੇ ਲਿਖੇ ਤੇ ਮੈਚੁਰਡ ਅਫਸਰ ਚਾਹੀਦੇ ਹੈਗੇ, ਜਿਹੜੇ ਕਿ ਟਰੂਪਸ ਨੂੰ ਲੀਡ ਕਰ ਸਕਣ। ਔਰ ਇਹ ਐਪਲੀਕੇਸ਼ਨ ਇਹ 1962 ਦੀ ਹੈ। 1962 ਤੱਕ ਐਪਲੀਕੇਸ਼ਨਾਂ ਮੰਗੀਆਂ ਔਰ ਉਹਦੇ ਬਾਅਦ SS1 ਤੋਂ ਬਾਅਦ SS2, SS3 ਔਰ ਅੱਜ ਤੱਕ ਇਹ ਚੱਲੇ ਹੀ ਜਾ ਰਹੇ ਹੈ। SS2 ਦੇ ਕਮਿਸ਼ਨ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਕਿ ਤੁਹਾਨੂੰ ਪੈਨਸ਼ਨ ਦਿੱਤੀ ਜਾਏਗੀ। ਪੈਨਸ਼ਨ ਟਰਮ ਦੇ ਅੰਦਰ ਲਿਖਿਆ ਹੈ ਪੈਨਸ਼ਨ ਇਜ਼ ਅੰਡਰ ਕੰਸੀਡਰੇਸ਼ਨ। ਉਹਦੇ ਬਾਅਦ ਅਗਲੀ ਕਲਾਸ 47 ਵਿੱਚ ਲਿਖਿਆ ਹੋਇਆ ਐਪਲੀਕੇਸ਼ਨ ਫਾਰਮ ਦੇ ਵਿੱਚ ਆਲ ਅਦਰ ਟਰਮਸ ਐਂਡ ਕੰਡੀਸ਼ਨਸ ਆਫ ਸਰਵਿਸ ਵਿਲ ਬੀ ਦ ਸੇਮ ਐਜ਼ ਪਰ ਰੈਗੂਲਰ ਆਫਿਸਰਸ। ਇਹਦਾ ਮਤਲਬ ਹੈ ਕਿ ਇਹਨਾਂ ਨੇ ਸਾਨੂੰ ਪੈਨਸ਼ਨ ਦਾ ਵਾਅਦਾ ਕੀਤਾ। ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਮੈਡੀਕਲ, ਕਲੱਬ ਫੈਸਿਲਿਟੀਜ਼, कैंटीन फैसिलिटीज़ मिलनगियाँ। लेकिन ये 1965 तो लेके 2001 तक ये चलता ही रहा लिखना और ये इट वाज ए चीटिंग और फ्रॉड कहा जा सकता है। उन्होंने यंग लड़कों नाल होया जिन्होंने अपना प्राइम यूथ नेशन वास्ते दिता। 1971 की लड़ाई लड़ी SS अफसर ने, SS अफसर ने लड़ाई लड़ के जितती भी, लेकिन गवर्नमेंट ने अपना वादा पूरा नहीं किया। जो एप्लीकेशन फ्रेमवर्स ने बनाई, इंस्ट्रक्शंस ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਹਦੇ 'ਚ ਲਿਖਿਆ ਹੈ ਕਿ ਪੈਨਸ਼ਨ ਔਰ ਮੈਡੀਕਲ, ਉਹ ਅੱਜ ਪੈਨਸ਼ਨ ਔਰ ਮੈਡੀਕਲ ਤੋਂ ਮਹਿਰੂਮ ਹੈ। ਔਰ ਤੁਸੀਂ ਇਹ ਦੱਸੋ, ਅੱਜ ਇੱਕ OROP ਨਈ ਪਾਲਿਸੀ ਬਣਾਈ ਗਈ ਹੈ ਹਿੰਦੁਸਤਾਨ ਦੇ ਵਿੱਚ, ਜਿਹੜੀ 2014 'ਚ ਬਣਾਈ ਸੀ, 2015 'ਚ ਲਾਗੂ ਕੀਤੀ ਗਈ। ਜਦ SS ਆਫਿਸਰ 5 ਸਾਲ, 10 ਸਾਲ, 12 ਸਾਲ ਔਰ 14 ਸਾਲ ਦੀ ਨੌਕਰੀ ਤੋਂ ਬਾਅਦ ਰਿਲੀਜ਼ ਕੀਤੇ ਜਾਂਦੇ ਹੈ, ਇਹਨਾਂ ਨੂੰ ਕਿੰਨੀ ਡਿਫਿਕਲਟੀ ਹੈ ਇਹ ਦੂਸਰੀ ਨੌਕਰੀ ਕਿੱਦਾਂ ਲੱਭਣ। ਇਹਨਾਂ ਕੋਲ ਨਾ ਪੈਨਸ਼ਨ ਮਿਲੇਗੀ, ਇਹਨਾਂ ਕੋਲ ਨਾ ਇਹਨਾਂ ਨੂੰ ਤੁਸੀਂ ਮੈਡੀਕਲ ਦਿੰਦੇ ਹੋ, 14 ਸਾਲ ਤੱਕ ਮੈਡੀਕਲ ਫੈਸਿਲਿਟੀ ਦਿੰਦੇ ਹੋ। ਬੱਚੇ ਕੀ ਕਹਿੰਦੇ ਹੈ ਜਦੋਂ ਤੁਸੀਂ ਰਿਲੀਜ਼ ਕਰਦੇ ਹੋ, ਇਹਨਾਂ ਨੂੰ ਦੂਸਰੀ ਲੱਭਣ ਵਾਸਤੇ, ਨੌਕਰੀ ਲੱਭਣ ਵਾਸਤੇ ਤਰਲੇ ਕਰਨੇ ਪੈਂਦੇ ਹੈ। ਇਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ, ਇਹ ਆਪਣੇ ਬੱਚਿਆਂ ਨੂੰ ਕਿੱਦਾਂ ਪੜ੍ਹਾਉਣਗੇ, ਇਹ ਆਪਣੇ ਮਾਂ-ਬਾਪ ਜਿਹੜੇ ਬੁੜੇ ਹੈਗੇ ਉਹਨਾਂ ਨੂੰ ਕਿੱਦਾਂ ਲੁੱਕ ਆਫਟਰ ਕਰਨਗੇ। ਕੋਈ ਬੈਂਕ ਲੋਨ ਦੇਗਾ ਜਿਹੜਾ ਅਫਸਰ 14 ਸਾਲ ਤੋਂ ਬਾਅਦ ਕੱਢ ਦਿੱਤਾ, ਉਹ ਆਪਣਾ ਘਰ ਕਿੱਦਾਂ ਬਣਾ ਸਕਦਾ ਹੈ। ਉਪਲ ਸਾਹਿਬ, ਥੋੜਾ ਜਿਹਾ ਤੁਸੀਂ ਤਫਸੀਲ 'ਚ ਦੱਸ ਦਿੱਤਾ, ਥੋੜਾ ਦਰਸ਼ਕਾਂ ਨੂੰ ਇਹ ਕਲੀਅਰ ਕਰੋ ਕਿ ਤੁਸੀਂ 4 ਸਾਲ, 10 ਸਾਲ ਤੇ 14 ਸਾਲ ਦੀ ਗੱਲ ਕੀਤੀ ਹੈ, ਇਹ ਵੱਖ-ਵੱਖ ਕਿਵੇਂ ਹੋ ਜਾਂਦੇ ਨੇ, ਜਾਂ ਇਹ ਤੁਹਾਨੂੰ ਯਾਨੀ ਕਿ ਫੌਜ ਦੇ ਵਿੱਚੋਂ ਕੱਢ ਦਿੱਤਾ ਜਾਂਦਾ? ਇਹ ਤਿੰਨੋਂ ਸੈਨਾਵਾਂ ਦੇ ਵਿੱਚ ਹੁੰਦੇ ਨੇ? ਇਹ ਪਹਿਲਾਂ ਇਹਨਾਂ ਨੇ ਆਰਮੀ ਸ਼ੁਰੂ ਕੀਤਾ, ਉਹਦੇ ਬਾਅਦ ਇਹਨਾਂ ਨੇ ਨੇਵੀ ਔਰ 에ਅਰਫੋਰਸ ਸ਼ੁਰੂ ਕਰਤਾ। ਨੇਵੀ ਦੇ ਵਿੱਚ ਇੱਕ ਅਫਸਰ ਨੂੰ 7 ਸਾਲ
ਵਾਸਤੇ ਲਿੱਤਾ ਜਾਂਦਾ ਹੈ। ਅੱਜ ਕੱਲ੍ਹ ਇਹਨਾਂ ਨੇ 5 ਸਾਲ ਤੋਂ ਸਰਵਿਸ 10 ਸਾਲ ਕਰ ਦਿੱਤੀ, ਨੇਵੀ 7 ਸਾਲ ਤੋਂ 10 ਸਾਲ ਕਰਤੀ, ਲੇਕਿਨ ਇਹਨਾਂ ਦੇ ਅੰਦਰ ਇਹ ਡਿਸਾਈਡ ਕੀਤਾ ਜਾਂਦਾ ਹੈ ਕਿ ਅਸੀਂ ਇਹਨਾਂ ਅਫਸਰਾਂ ਤੋਂ ਪੂਰਾ ਫਾਇਦਾ ਲੈ ਲਈਏ, 14 ਸਾਲ ਤੱਕ ਕਿਉਂ ਨਾ ਲਿੱਤਾ ਜਾਵੇ ਔਰ ਇਹਨਾਂ ਨੂੰ ਕੱਢਤਾ ਜਾਵੇ। ਇਹ ਤੁਸੀਂ ਇਹ ਮੈਨੂੰ ਦੱਸੋ, ਕਿਸੇ MLA ਔਰ ਕਿਸੇ MP ਦਾ ਲੜਕਾ ਸ਼ਾਰਟ ਸਰਵਿਸ ਕਮਿਸ਼ਨ 'ਚ ਆਇਆ? ਕਿਸੇ ਜੱਜ ਦਾ ਲੜਕਾ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਲੜਕਾ ਫੌਜ 'ਚ ਆਇਆ? ਕਿਸੇ ਬਿਊਰੋਕਰੇਟ IAS IPS ਔਰ IFS ਦਾ ਲੜਕਾ SS ਕਮਿਸ਼ਨ ਵਿੱਚ ਹੈ? ਨਹੀਂ ਹੈ। ਉੱਪਲ ਸਾਹਿਬ ਤੁਹਾਡਾ ਦਰਦ ਸਮਝ ਰਿਹਾ, ਦਰਸ਼ਕ ਤੁਹਾਡੀ ਜਿਹੜੀ ਲੋੜ ਹੈ ਉਹਨੂੰ ਵੀ ਸਮਝ ਰਿਹਾ, ਤੁਹਾਡੀ ਸੇਵਾ ਨੂੰ ਵੀ ਸਮਝ ਰਿਹਾ। ਤੁਸੀਂ ਦਰਸ਼ਕਾਂ ਨੂੰ ਇੱਕ ਗੱਲ ਸਾਂਝੀ ਕਰੋ ਕਿ ਜਿਹੜਾ ਹੁਣ ਮਸਲਾ ਹੈ, ਮੌਜੂਦਾ ਸਥਿਤੀ ਕੀ ਚੀਜ਼ ਹੈ ਤੇ ਕਿਹੜੀ ਚੀਜ਼ ਦੀ ਤੁਸੀਂ ਮੰਗ ਕਰ ਰਹੇ ਹੋ? ਅਸੀਂ ਇਹ ਚਾਹੁੰਦੇ ਹਾਂ ਕਿ ਗਵਰਨਮੈਂਟ ਨੇ ਨਈ ਪਾਲਿਸੀ ਬਣਾਈ ਹੈ 1 ਰੈਂਕ 1 ਪੈਨਸ਼ਨ ਜੀ। ਅਸੀਂ ਕਹਿੰਦੇ ਹਾਂ ਕਿ 1 ਰੈਂਕ 1 ਪ੍ਰਿਵਿਲੇਜ ਦੇ ਹੱਕਦਾਰ ਸ਼ਾਰਟ ਸਰਵਿਸ ਕਮਿਸ਼ਨ ਆਫੀਸਰ, ਜਿਹੜੇ ਕਿ ਇੱਕ ਕੋਰਸ ਤੋਂ ਲੈ ਕੇ ਅੱਜ 120 ਕੋਰਸ ਚੱਲ ਰਿਹਾ ਹੈ, ਉਹਨਾਂ ਅਫਸਰਾਂ ਨੂੰ ਦਰਦ ਹੈ। ਜਿਸ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਹੈਗਾ, ਉਸ ਐਸੋਸੀਏਸ਼ਨ ਦੇ ਵਿੱਚ ਆਰਮੀ, ਨੇਵੀ, 에ਅਰਫੋਰਸ ਦੇ ਰਿਲੀਜ਼ ਅਫਸਰ ਤਾਂ ਹੈਗੇ ਹੀ ਹੈਗੇ, ਲੇਕਿਨ ਇਹਦੇ ਸਰਵਿੰਗ ਕਲਾਸ ਵੀ ਹੈ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਡਿਸਸੈਟਿਸਫੈਕਸ਼ਨ ਹੈਗੀ ਹੈ ਫੌਜ ਦੇ ਅੰਦਰ ਉਹਨਾਂ ਅਫਸਰਾਂ 'ਤੇ ਜਿਹਨਾਂ ਸਰਵਿਸ ਕਰ ਰਹੇ ਹੈ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਜਦੋਂ ਫੌਜ ਛੱਡਣਗੇ ਨਾ ਤਾਂ ਉਹਨਾਂ ਨੂੰ ਪੈਨਸ਼ਨ ਮਿਲਣੀ ਹੈ, ਨਾ ਹੀ ਉਹਨਾਂ ਨੂੰ ਮੈਡੀਕਲ ਮਿਲਣਾ ਹੈ, ਉਹਨਾਂ ਨੂੰ ਕੀ ਫਾਇਦਾ ਹੋਏਗਾ। ਸੋ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜੇ ਫੌਜ ਦਾ ਮੋਰਾਲ ਠੀਕ ਰੱਖਣਾ ਹੈ, ਉਹਨਾਂ ਅਫਸਰਾਂ ਨੂੰ ਜਿਹੜਾ OROP ਟੇਬਲਸ ਬਣਾਏ ਹੈ 6 ਮਹੀਨੇ ਤੋਂ ਲੈ ਕੇ 33 ਸਾਲ ਤੱਕ, ਉਹਨਾਂ ਦੇ ਹਿਸਾਬ ਦੇ ਨਾਲ ਜਿਹਨੇ 5 ਸਾਲ ਦੀ ਨੌਕਰੀ ਕੀਤੀ ਹੈ ਉਹਨੂੰ 5 ਸਾਲ ਦੀ ਪ੍ਰੋਰੋਟਾ ਪੈਨਸ਼ਨ ਮਿਲੇ, ਜਿਹਨੇ 10 ਸਾਲ ਦੀ ਨੌਕਰੀ ਕੀਤੀ ਹੈ ਉਹਨੂੰ OROP ਟੇਬਲ ਦੇ ਹਿਸਾਬ ਨਾਲ 10 ਸਾਲ ਦੀ ਪੈਨਸ਼ਨ ਮਿਲਣੀ ਚਾਹੀਦੀ ਹੈ। ਔਰ ਇਹ ਕਿਉਂ ਕਿ 14 ਸਾਲ ਬਾਅਦ ਇੱਕ ਅਫਸਰ ਨੂੰ ਤੁਸੀਂ ਕੱਢ ਕੇ ਸੁੱਟ ਰਹੇ ਹੋ ਬਾਹਰ, ਉਹ ਆਪਣਾ ਗੁਜ਼ਾਰਾ ਕਿੱਦਾਂ ਕਰੇਗਾ? ਚਲੋ ਉੱਪਲ ਸਾਹਿਬ ਤੁਹਾਡੀ ਗੱਲ ਠੀਕ ਹੈ ਕਿ 5 ਸਾਲ 10 ਸਾਲ ਜਾਂ 14 ਸਾਲ ਬਾਅਦ ਅਫਸਰ ਨੂੰ ਕੱਢ ਦਿੱਤਾ ਜਾਂਦਾ, ਉਸ ਤੋਂ ਬਾਅਦ ਜਿਹੜੀ ਉਹਨੂੰ ਦਿੱਕਤ ਆਉਂਦੀ ਹੈ। ਤੁਸੀਂ 1 ਰੈਂਕ 1 ਪੈਨਸ਼ਨ ਦੀ ਗੱਲ ਕਰ ਰਹੇ ਹੋ? ਮੈਂ ਉਸੇ ਰੂਲ ਦੇ ਤਹਿਤ ਹਾਂ 1 ਰੈਂਕ ਬਿਲਕੁਲ ਬਿਲਕੁਲ ਉਸੇ ਰੂਲ ਦੇ ਤਹਿਤ ਤੁਹਾਨੂੰ ਵੀ ਇਹ ਪੈਨਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਹੈ ਜੀ। ਅੱਛਾ, ਹੁਣ ਇਹ ਤੁਹਾਡੀ ਇਸ ਮਸਲੇ ਸੰਬੰਧੀ ਮਿਨਿਸਟਰੀ ਆਫ ਡਿਫੈਂਸ ਦੇ ਨਾਲ ਕਿੰਨਾ ਅਫਸਰਾਂ ਨਾਲ ਜਾਂ ਕਿੰਨਾ ਮੰਤਰਾਲੇ ਦੇ ਜ਼ਿੰਮੇਦਾਰ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ? ਦੇਖੋ ਜੀ, ਮੈਂ ਜਨਰਲ ਬਿਪਨ ਰਾਵਤ ਨੂੰ ਮਿਲਿਆ ਸੀਗਾ 1918 ਅਗਸਤ ਦੇ ਵਿੱਚ। ਉਹਨਾਂ ਕੋਲ ਮੈਂ 10 ਪੁਆਇੰਟ ਲੈ ਕੇ ਗਿਆ ਸੀ SSCO ਦਾ। ਮੇਰੇ ਨਾਲ ਇੱਕ ਹੋਰ ਸੀਨੀਅਰ ਅਫਸਰ ਸੀਗੇ, ਉਹਨਾਂ ਨੇ 9 ਪੁਆਇੰਟ ਤਾਂ ਨਹੀਂ ਮੰਨੇ, ਲੇਕਿਨ 10ਵਾਂ ਪੁਆਇੰਟ ਸੀਗਾ ਕਿ ਜਿਹਨਾਂ ਅਫਸਰਾਂ ਨੇ EC ਐਮਰਜੈਂਸੀ ਕਮਿਸ਼ਨ ਔਰ ਸ਼ਾਰਟ ਸਰਵਿਸ ਕਮਿਸ਼ਨ, ਉਹਨਾਂ ਨੂੰ ਤੁਸੀਂ ਜਿੱਦਾਂ ਸੁਤੰਤਰਤਾ ਸੈਨਾਨੀਆਂ ਨੂੰ ਵਾਰ ਪੈਨਸ਼ਨ ਦਿੰਦੇ ਹੋ, ਉੱਦਾਂ ਹੀ ਇਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਲੜਾਈਆਂ ਲੜੀਆਂ 1965 1971, ਇਹਨਾਂ ਨੂੰ ਕੋਈ ਆਨਰ ਕਰੋ। ਉਹਨਾਂ ਨੇ ਮੈਨੂੰ ਚਲਦੇ ਹੋਏ ਜਦੋਂ ਮੈਂ ਵਿਪਨ ਰਾਵਤ ਜੀ ਨੂੰ ਮਿਲ ਕੇ ਚਲਿਆ, ਉਹਨਾਂ ਨੇ ਕਿਹਾ ਕਿ ਹਮ ਆਪਕੋ ਦੁਬਾਰਾ ਬੁਲਾएंगे। ਜਦੋਂ ਮੈਂ ਉਹਨਾਂ ਨੂੰ ਬੁਲਾਇਆ ਦੁਬਾਰਾ ਅਕਤੂਬਰ ਦੇ ਵਿੱਚ, ਉਹਨਾਂ ਨੇ ਕਿਹਾ ਕਿ ਮੇਰੀ ਪ੍ਰਾਈਮ ਮਿਨਿਸਟਰ ਮੋਦੀ ਜੀ ਨਾਲ ਗੱਲ ਹੋ ਚੁੱਕੀ ਹੈ ਔਰ ਉਹ ਮੰਨ ਗਏ ਹੈ ਕਿ ਵਾਰ ਵੈਟਰਨ ਜਿਹੜੇ ਹੈਗੇ 1971 ਦੇ ਔਰ 1965 ਦੇ, ਉਹਨਾਂ ਨੂੰ 30,000 ਰੁਪਇਆ ਪੈਨਸ਼ਨ ਦਿੱਤੀ ਜਾਏਗੀ ਐਜ਼ ਐਕਸ ਗ੍ਰੇਸ਼ੀਆ ਹਰ ਮਹੀਨੇ, ਤਾਂ ਕਿ ਉਹ ਆਪਣੀ ਡਿਗਨਿਟੀ ਔਰ ਗ੍ਰੇਸ ਦੇ ਨਾਲ ਰਹਿ ਸਕਣ। ਕਿਉਂ ਕਿ ਜਿਨ੍ਹਾਂ ਨੇ 65 ਔਰ 71 ਦੀ ਲੜਾਈਆਂ ਲੜੀਆਂ, ਉਹਨਾਂ ਦੀ ਉਮਰ 70 ਤੋਂ 75 ਬਲਕਿ 80 ਸਾਲ ਤੱਕ ਹੈ। ਜਿਨ੍ਹਾਂ ਨੇ EC1 ਦੇ ਜਿਹੜੇ ਅਫਸਰ ਹੈ 25% ਅਫਸਰ ਇਹ ਦੁਨੀਆ ਛੱਡ ਚੁੱਕੇ ਹਨ। ਹੁਣ ਤੁਹਾਡੀ ਮੌਜੂਦਾ ਸੰਖਿਆ ਕਿੰਨੀ ਹੈ ਜਿਨ੍ਹਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਾ ਰਿਹਾ? ਇਸ ਵੇਲੇ ਤਕਰੀਬਨ 2000 ਅਫਸਰ हैं जी, ਜਿਹੜੇ अपनी एज ग्रुप 70 ਤੋਂ ਉੱਪਰ ਜਾ ਚੁੱਕੇ हैं, क्योंकि इस ਵੇਲੇ एज ग्रुप ਦਾ ਕੀ ਕਹਿ ਸਕਦੇ ਕਿ एज ग्रुप ਵੱਧ ਗਿਆ ਹੈ। ਠੀਕ ਹੈ, ਲਿਵਿੰਗ ਮੋਦੀ ਸਾਹਿਬ ਦੀ ਇੱਕ ਚਰਚਾ ਰਹਿੰਦੀ ਹੈ ਕਿ ਉਹ ਹਮੇਸ਼ਾ ਆਰਮੀ ਦੇ ਵਿੱਚ ਜਾ ਕੇ ਆਪਦੇ ਦਿਨ ਮਨਾਉਂਦੇ ਨੇ, ਮੇਨ ਦਿਨ ਮਨਾਉਂਦੇ ਨੇ ਜਾ ਕੇ, ਉਹਨਾਂ ਦੀ ਖਾਸ ਸਨਮਾਨ ਆਉਂਦਾ ਦਿਮਾਗ 'ਚ, ਉਹਨਾਂ ਦੇ ਦਿਲ ਦੇ ਵਿੱਚ। ਤੇ ਉਹਨਾਂ ਨੇ ਇਹ ਪੂਰੇ ਦੇਸ਼ ਵਿੱਚ ਪੈਦਾ ਵੀ ਕੀਤਾ ਸੀ ਕਿ ਸੈਨਿਕ ਦੀ ਸੇਵਾ ਤੇ ਸੈਨਿਕ ਲਈ ਮਤਲਬ ਡਿਫੈਂਸ ਲਈ ਇੱਕ ਬਜਟ ਵੀ ਵਧਾਇਆ ਗਿਆ ਸੀਗਾ। ਸਰ ਇਸ ਵੇਲੇ ਮੈਂ ਇਹ ਰਿਕੁਐਸਟ ਕਰਾਂਗਾ ਮੋਦੀ ਸਾਹਿਬ ਨੂੰ ਹੱਥ ਜੋੜ ਕੇ, ਕਿਉਂਕਿ EC ਅਫਸਰ ਔਰ SS ਅਫਸਰ 70-80 ਸਾਲ ਤੋਂ ਹੋ ਗਏ ਔਰ ਇੱਕ ਮਿਸ਼ਨ ਚੱਲਦਾ ਜਾ ਰਿਹਾ ਹੈ। ਮੋਦੀ ਸਾਹਿਬ ਨੂੰ ਇਹ ਰਿਕੁਐਸਟ ਹੈ ਕਿ ਜਿਹੜਾ OROP ਟੇਬਲਸ ਬਣਾਏ ਗਏ ਹੈ, ਉਹਦੇ ਹਿਸਾਬ ਨਾਲ ਜਿਹੜੇ 5 ਸਾਲ ਵਾਲੇ ਅਫਸਰ ਹੈ ਉਹਨਾਂ ਨੂੰ ਪ੍ਰੋਰੋਟਾ ਪੈਨਸ਼ਨ ਦਿੱਤੀ ਜਾਵੇ, 10 ਵਾਲਿਆਂ ਨੂੰ 10 ਦੇ ਹਿਸਾਬ ਨਾਲ। ਇਹ ਰਿਕੁਐਸਟ ਹੈ, ਕਿਉਂ ਕਿ ਜੇ ਪ੍ਰੀਵੀਅਸ ਗਵਰਨਮੈਂਟ
ਕੁਝ ਗਲਤੀ ਕਰ ਚੁੱਕੀ ਹੈ, ਇਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਰੋਂਗ ਜਿਹੜੇ ਆ ਉਹਨੂੰ ਕਰੈਕਟ ਕਰਨ, ਰੈਕਟੀਫਾਈ ਕਰਨ ਤੇ ਜਿੰਨੇ ਐਸਐਸ ਅਫਸਰ ਨੇ ਜਿਹੜੇ ਸਰਵਿਸ ਕਰ ਰਹੇ ਉਹਨਾਂ ਦਾ ਮੋਰਲ ਬੂਸਟ ਰਹੇ, ਜਿਹੜੇ ਰਿਲੀਜ਼ ਹੋ ਰਹੇ ਆਪਣੀ ਜ਼ਿੰਦਗੀ ਬੁਢਾਪਾ ਅੱਛੇ ਤਰੀਕੇ ਨਾਲ ਕੱਟ ਸਕਣ ਤੇ ਇਹਨਾਂ ਨੂੰ ਜਿਹੜੇ ਟੇਬਲ ਬਣ ਚੁੱਕੇ ਹੈ 6 ਮਹੀਨੇ ਤੋਂ ਲੈ ਕੇ 33 ਮਹੀਨੇ ਤੱਕ ਦਾ ਉਹਦੇ ਹਿਸਾਬ ਨਾਲ ਪ੍ਰੋਰੇਟਾ ਪੈਨਸ਼ਨ ਚਲੋ ਦਿੱਤੀ ਉੱਪਰ ਜਾਵੇ। ਸਾਹਿਬ ਤੁਹਾਡਾ ਕਹਿਣ ਦਾ ਮਤਲਬ ਵਨ ਰੈਂਕ ਵਨ ਪੈਨਸ਼ਨ ਤਹਿਤ ਜਿਹੜੇ ਨਵੇਂ ਰੂਲ ਬਣੇ ਨੇ ਉਹਦੇ ਤਹਿਤ ਤੁਹਾਨੂੰ ਇਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ। ਤੁਸੀਂ ਹੁਣ ਮਿਲ ਕੀ ਰਿਹਾ? ਹੁਣ ਜੇ ਪੈਨਸ਼ਨ ਮਿਲ ਰਹੀ ਹੈ ਤਾਂ ਕਿੰਨੀ ਮਿਲ ਰਹੀ ਹੈ, ਸਹੂਲਤਾਂ ਮਿਲ ਰਹੀਆਂ ਤਾਂ ਕਿਹੜੀਆਂ ਮਿਲ ਰਹੀਆਂ ਨੇ, ਸਰ, ਕਿੰਨੀ ਕਿਵੇਂ ਘੱਟ ਆ ਦੂਸਰਿਆਂ ਨਾਲੋਂ? ਸਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜੀ ਕਿ ਮੈਂ 1980 ਚ 10 ਸਾਲ ਦੀ ਨੌਕਰੀ ਕਰਕੇ ਛੱਡੀ, ਮੈਨੂੰ ਸਿਰਫ 10,000 ਰੁਪਇਆ ਗ੍ਰੈਚੁਟੀ ਮਿਲੀ। ਕਿਸੇ ਜਗ੍ਹਾ ਨਹੀਂ ਲਿਖਿਆ ਸੀ ਗ੍ਰੈਚੁਟੀ। ਜੇ ਇਹਨਾਂ ਨੇ ਨਹੀਂ ਦੇਣਾ ਸੀ ਤੇ ਇਹਨੇ ਲਿਖ ਦੇ ਕਿ ਤੁਹਾਨੂੰ ਨਾ ਪੈਨਸ਼ਨ ਮਿਲੇਗੀ ਨਾ ਗ੍ਰੈਚੁਟੀ ਮਿਲੇਗੀ। ਦੱਸੋ ਹਿੰਦੁਸਤਾਨ ਦਾ ਕਿਹੜਾ ਬੱਚਾ ਫੌਜ ਜੁਆਇਨ ਕਰਦਾ? ਲੇਕਿਨ ਅੱਜ ਨਾ ਤਾਂ ਉਹਨੂੰ ਪੈਨਸ਼ਨ ਮਿਲ ਰਹੀ ਹੈ ਜੀ, 10,000 ਗ੍ਰੈਚੁਟੀ ਸਾਲ ਪਹਿਲੇ ਸਾਲ 'ਚ ਹੀ ਖਤਮ ਹੋ ਗਈ। ਅੱਛਾ, ਨਾ ਉਹਨੂੰ ਮੈਡੀਕਲ ਮਿਲ ਰਿਹਾ। ਇਹਨਾਂ ਨੇ 2009 ਦੇ ਵਿੱਚ ਮੈਡੀਕਲ ਵੀ ਦੇਣਾ ਬੰਦ ਕਰ ਦਿੱਤਾ ਜੀ। ਅੱਛਾ, ਚੰਡੀਗੜ੍ਹ ਦੇ 2 ਅਫਸਰ ਆਰਮਡ ਫੋਰਸਿਸ ਟ੍ਰਿਬਿਊਨਲ ਚੰਡੀਗੜ੍ਹ 'ਚ ਗਏ, ਉਹਨੇ ਕਿਹਾ ਕਿ ਵੀ ਰਿਸਟੋਰ ਕਰੋ, ਇਹਨਾਂ ਨੂੰ ਦਿਓ। ਲੇਕਿਨ MOD ਜਿਹੜਾ ਮਿਨਿਸਟਰੀ ਆਫ ਡਿਫੈਂਸ ਹੈ ਉਹ ਸੁਪਰੀਮ ਕੋਰਟ ਵੀ ਚਲੇ ਗਈ। ਅੱਛਾ, ਉੱਥੇ ਡਿਫੈਂਸ ਮਿਨਿਸਟਰ ਜੈਟਲੀ ਸੀਗੇ, ਉਹ ਕਹਿੰਦੇ ਜੀ ਇਹਨਾਂ ਨੂੰ ਫੈਸਿਲਿਟੀ ਦੇ ਦਿਓ ਜਿਹੜੇ 10 ਸਾਲ ਤੋਂ ਘੱਟ ਨੌਕਰੀ ਕੀਤੀ ਹੈ ਉਹਨਾਂ ਜੀ 1 ਲੱਖ ਰੁਪਏ ਜਮ੍ਹਾਂ ਕਰਾਓ ਤਾਂ ਟ੍ਰੀਟਮੈਂਟ ਜੇ 1 ਲੱਖ ਦਾ ਹੈ ਤਾਂ 50,000 ਵਾਪਸ ਕਰ ਦਿਓ। ਔਰ ਜਿਨ੍ਹਾਂ ਨੇ 10 ਸਾਲ ਤੋਂ ਉੱਪਰ ਨੌਕਰੀ ਕੀਤੀ ਹੈ ਉਹ ਜੇ 1 ਲੱਖ ਟ੍ਰੀਟਮੈਂਟ ਦਾ ਖਰਚਾ ਹੈ ਤੁਸੀਂ 1 ਲੱਖ ਜਮ੍ਹਾਂ ਕਰਾਓ, ਇਹਨਾਂ ਨੂੰ 25,000 ਰੁਪਏ 75,000 ਰੁਪਏ ਵਾਪਸ ਮਿਲ ਜਾਏਗਾ। ਇਹ ਕਿਉਂ ਕੀਤਾ ਜਾਵੇ ਜਦ 100% ਇੱਕ ਅਫਸਰ ਆਪਣੀ ਡਿਊਟੀ ਤੇ ਦਿੰਦਾ ਹੈ? ਇਹ ਡਿਸਕ੍ਰਿਮੀਨੇਸ਼ਨ ਕਿਉਂ? ਇਹ ਡਿਸੀਜਨ ਜੈਟਲੀ ਸਾਹਿਬ ਦਾ ਫਾਲਟੀ, ਹਿਊਮਿਲੇਟਿੰਗ ਤੇ ਡਿਸਕ੍ਰਿਮੀਨੇਟਰੀ ਹੈ। ਅਸੀਂ ਚਾਹੁੰਦੇ ਹਾਂ ਕਿ AFT ਚੰਡੀਗੜ੍ਹ ਦਾ ਡਿਸੀਜਨ ਬੜਾ ਫਸਟ ਕਲਾਸ ਹੈ, ਇਸ ਵੇਲੇ ਸੁਪਰੀਮ ਕੋਰਟ 'ਚ ਪਿਆ ਹੈ। ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਅਸੀਂ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਮੈਡੀਕਲ ਫੈਸਿਲਿਟੀ ਜੋ AFT ਚੰਡੀਗੜ੍ਹ ਨੇ 2010 ਦਿੱਤੀ ਸੀ ਉਹ ਰਿਸਟੋਰ ਕੀਤੀ ਜਾਏ ਸਾਡੇ ਵਾਸਤੇ। ਨਹੀਂ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਮਿਨਿਸਟਰੀ ਡਿਫੈਂਸ ਮਿਨਿਸਟਰੀ ਜਿਹੜੀ ਤੁਹਾਡੀਆਂ ਨੇ ਮੰਗਾਂ ਦੇ ਅਗੇਂਸਟ ਸੁਪਰੀਮ ਕੋਰਟ ਗਈ ਹੋਈ ਹੈ? ਉਹ ਸੁਪਰੀਮ ਕੋਰਟ ਚਲੀ ਗਈ ਮੈਡੀਕਲ ਵਾਸਤੇ ਵੀ ਮੈਡੀਕਲ ਨਹੀਂ ਦੇਣਾ ਤੁਹਾਨੂੰ? ਮੈਡੀਕਲ ਨਹੀਂ ਦੇਣਾ। AFT ਕਹਿੰਦੀ ਦੇਣ ਨੂੰ ਤਿਆਰ ਆ। ਉਹਦੇ 'ਚ ਇੱਕ ਲੈਫਟੀਨੈਂਟ ਜਨਰਲ ਬੈਠਾ ਹੈ, ਇੱਕ ਹਾਈ ਕੋਰਟ ਦਾ ਜੱਜ ਬੈਠਾ ਹੈ, ਉਹ ਕਹਿੰਦੇ ਦਿਓ। ਜਦੋਂ ਰੋਕਿਆ ਗਿਆ 2009 ਵਿੱਚ, 2010 ਫੈਸਲਾ ਆ ਗਿਆ ਦਿਓ। ਉਹ ਸੁਪਰੀਮ ਕੋਰਟ ਦੇ ਵਿੱਚ MOD ਕੀ ਕਹਿੰਦਾ? ਅਸੀਂ ਲੇਟ ਹੋ ਗਏ ਹਾਂ, ਸਾਡੀ ਡਿਲੇ ਮਾਫ ਕਰਤੀ ਜਾਵੇ ਔਰ ਸਾਡਾ ਕੇਸ ਇਹ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਨਾ ਦਿੱਤਾ ਜਾਵੇ। ਉਹ ਹੁਣ ਕੀ ਹੋ ਗਿਆ? ਜੈਟਲੀ ਸਾਹਿਬ ਆਪ ਤਾਂ ਚਲੇ ਗਏ ਦੁਨੀਆ ਛੱਡ ਕੇ, ਆਪਣੇ ਇਲਾਜ ਵਾਸਤੇ ਤਾਂ ਅਮਰੀਕਾ ਜਾਂਦੇ ਸੀਗੇ, ਉਹ ਦੁਨੀਆ ਵੀ ਛੱਡ ਗਏ। ਹੁਣ ਅਸੀਂ ਵੀ ਕਿੱਦਾਂ ਦੁਨੀਆ ਛੱਡ ਜੀਏ ਜੇ ਰੱਬ ਬੁਲਾਉਂਦਾ ਹੀ ਨਹੀਂ ਹੈ? ਉਮਰ ਹੋ ਗਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਸੇਵਾਵਾਂ ਦੇ ਮੱਦੇਨਜ਼ਰ ਤੇ ਵਨ ਰੈਂਕ ਵਨ ਪੈਨਸ਼ਨ ਜਿਹੜਾ ਬਣਾਇਆ ਉਹਦੇ ਰੂਲਾਂ ਦੇ ਤਹਿਤ ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਚਾਹੀਦੀਆਂ, ਤੁਹਾਡਾ ਹੱਕ ਹੈ। ਪਰ ਇੱਕ ਲਾਸਟ ਕੁਐਸਚਨ, ਮੋਦੀ ਸਾਹਿਬ ਦੀ ਗੱਲ ਫੇਰ ਆਉਂਦੀ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀ, ਕਿਉਂਕਿ ਜੇ ਆਪਾਂ ਯਾਨੀ ਮਿਨਿਸਟਰੀ ਆਫ ਡਿਫੈਂਸ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਯਾਨੀ PM ਦੀ ਵੀ ਗੱਲ ਆਉਂਦੀ ਹੈ, ਜੋ ਹਮੇਸ਼ਾ ਸੈਨਿਕ ਬਲਾਂ ਦੀ ਗੱਲ ਕਰਦੇ ਨੇ, ਦੇਸ਼ ਦੀਆਂ ਸਰਹੱਦਾਂ ਦੀ ਗੱਲ ਕਰਦੇ ਨੇ, ਇਹਨਾਂ ਦੀ ਰਾਖਿਆਂ ਦੀ ਗੱਲ ਕਰਦੇ ਨੇ। ਕੀ ਤੁਹਾਡਾ ਸਮੂਹ, ਤੁਹਾਡਾ ਵਫਦ ਕਦੇ PM ਮੋਦੀ ਨੂੰ ਮਿਲਿਆ? ਸਰ ਅਸੀਂ ਮਿਲ ਨਹੀਂ ਪਾਏ, ਸਾਨੂੰ ਇੰਟਰਵਿਊ ਦੀ ਮਿਲਦੀ ਨਹੀਂ ਮੋਦੀ ਸਾਹਿਬ ਨਾਲ। ਸਮਾਂ ਨਹੀਂ ਮਿਲਦਾ? ਸਮਾਂ ਨਹੀਂ ਮੋਦੀ ਸਾਹਿਬ ਤੋਂ ਉਹ ਟਾਈਮ ਹੀ ਨਹੀਂ ਮਿਲਦਾ ਮਿਲਣ ਵਾਸਤੇ। ਔਰ ਜੇ ਬਿਪਨ ਰਾਵਤ ਜੀ ਮਿਲੇ, ਉਹਨਾਂ ਨੇ ਜਦੋਂ ਕਿਹਾ ਕਿ ਜਿਨ੍ਹਾਂ ਨੇ ਲੜਾਈਆਂ ਲੜੀਆਂ ਉਹਨਾਂ ਨੂੰ ਪੈਨਸ਼ਨ ਦੇ ਦਿਓ, ਲੜਾਈ ਵਾਸਤੇ ਯੂਨਿਟ, ਜਦੋਂ ਲੜਾਈ ਛਿੜਦੀ ਹੈ 1 ਘੰਟੇ 'ਚ ਯੂਨਿਟ ਮੂਵ ਕਰ ਜਾਂਦੀ ਹੈ। ਅੱਜ 4 ਸਾਲ ਹੋ ਗਏ ਮੈਨੂੰ ਬਿਪਨ ਰਾਵਤ ਜੀ ਨੂੰ ਮਿਲੇ ਹੋਏ। ਉਹ ਜਨਰਲ ਸੀਗੇ, ਹੁਣ CDS ਬਣ ਗਏ ਹੈ। ਜੇ ਉਹਨਾਂ ਦੀ ਕੋਈ ਨਹੀਂ ਸੁਣ ਰਿਹਾ, ਜਨਰਲ MM ਨਰਵਾਣੇ ਨੇ 2020 'ਚ ਅਨਾਊਂਸ ਕੀਤਾ ਕਿ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ ਵਾਰ ਵੈਟਰਨ ਨੂੰ, ਇਹਨਾਂ ਦੀ ਕੋਈ ਸੁਣਦਾ ਨਹੀਂ। ਬਿਕੋਜ਼ ਇਹ ਇੱਕ 10-13 ਲੱਖ ਫੌਜ ਦੇ ਮਾਲਕ ਹੈ, ਲੇਕਿਨ ਇੱਕ ਬਿਊਰੋਕਰੇਟ ਇਹਨਾਂ ਦੀ ਗੱਲਾਂ ਨੂੰ ਨਕਾਰ ਕੇ ਪਰੇ ਮਾਰਦਾ ਹੈਗਾ ਔਰ ਇੱਕ ਰੱਦੀ ਦੀ ਟੋਕਰੀ ਸੁੱਟ ਦੇ ਰਿਹਾ। ਚਲੋ ਹੁਣ ਤੁਸੀਂ ਦੱਸੋ ਕਿ ਇਹ ਤਾਂ ਤੁਸੀਂ ਦਰਸ਼ਕਾਂ ਦੇ ਸਾਹਮਣੇ ਆਪਣੀ ਦੀ ਗੱਲ ਰੱਖ ਦਿੱਤੀ ਹੈ, ਇਹ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੇ ਕੋਈ ਕਾਰਵਾਈ ਨਹੀਂ ਹੁੰਦੀ? ਦੇਖੋ ਅਸੀਂ ਤਾਂ ਮੋਦੀ ਸਾਹਿਬ ਨੂੰ ਰਿਕੁਐਸਟ ਕਰਨਾ ਚਾਹੁੰਦੇ ਹਾਂ, ਉਹਨਾਂ ਨੇ ORP ਦਿੱਤਾ, ਲੇਕਿਨ ਇਹ ORP ਸਾਨੂੰ ਨਾ ਇਗਨੋਰ ਕਰੋ SS ਅਫਸਰ ਨੂੰ, ਕਿਉਂਕਿ SS ਅਫਸਰ ਜਿਹੜੇ ਹੈਗੇ ਉਹ ਕਪਤਾਨ ਔਰ ਮੇਜਰ ਹੀ ਉਹਦੇ ਬਾਅਦ ਕੱਢ ਦਿੱਤੇ ਜਾਂਦੇ ਹਨ। ਇਹਨਾਂ ਨੂੰ ਇਹਨਾਂ ਦਾ ਮੋਰਲ ਬੂਸਟ ਕਰਨ ਵਾਸਤੇ ਤੁਸੀਂ ਇਹਨਾਂ ਨੂੰ ਜਿਹੜੇ ਟੇਬਲ ਬਣੇ ਹੈ ਟੇਬਲ ਦੇ ਹਿਸਾਬ ਨਾਲ ਪੈਨਸ਼ਨ ਦਿਓ। ਅਦਰਵਾਈਜ਼ ਅਸੀਂ ਤਾਂ ਲੜਦੇ ਰਵਾਂਗੇ। ਅੱਜ ਚੰਡੀਗੜ੍ਹ ਹੈਗੇ ਆ, ਕੱਲ੍ਹ ਨੂੰ ਅਸੀਂ ਦਿੱਲੀ ਬੈਠਾਂਗੇ, ਪਰਸੋਂ ਨੂੰ ਅਸੀਂ ਚਲੇ ਜਾਵਾਂਗੇ ਤਾਂ ਕਿ ਦੱਸ ਸਕੀਏ ਕਿ SS ਕਮਿਸ਼ਨ ਕੋਈ ਵੀ ਅਫਸਰ, ਕੋਈ ਵੀ ਫੈਮਿਲੀ ਵਾਲਾ ਬੰਦਾ ਨਾ ਆਪਣੇ ਬੱਚਿਆਂ ਨੂੰ ਭੇਜੇ, ਕਿਉਂਕਿ ਨਾ ਇਹਨਾਂ ਨੂੰ ਪੈਨਸ਼ਨ ਮਿਲਣੀ ਹੈ, ਇਹਨਾਂ ਦੀ ਅਗਲੀ ਜ਼ਿੰਦਗੀ ਖਰਾਬ ਹੋ ਜਾਏਗੀ, ਨਾ ਇਹਨਾਂ ਨੂੰ ਮੈਡੀਕਲ ਮਿਲਣਾ ਹੈ, ਇਹਨਾਂ ਦੇ ਬੱਚੇ ਉਹਨਾਂ ਨੂੰ ਮੈਡੀਕਲ ਨਹੀਂ ਮਿਲੇਗਾ ਕਿ ਜ਼ਿੰਦਗੀ ਇਹ ਬਸ ਦੂਸਰੀਆਂ ਨੌਕਰੀਆਂ ਲੱਭਦੇ ਰਹਿਣਗੇ। ਪਹਿਲਾਂ ਅਫਸਰ ਬਣ ਜਾਂਦੇ ਸੀ, IAS ਬੈਠਣ ਦੀ ਫੈਸਿਲਿਟੀ ਸੀਗੀ, ਹੁਣ ਇਹ ਸਾਰੇ ਅਫਸਰ ਸਿਕਿਉਰਿਟੀ ਅਫਸਰ ਹੀ ਰਹਿੰਦੇ ਹੈਗੇ। ਕਦੋਂ ਤੋਂ S7 ਤੋਂ ਬਾਅਦ 6 ਤੋਂ ਬਾਅਦ ਸਾਰੇ ਅਫਸਰ ਸਿਕਿਉਰਿਟੀ ਅਫਸਰ ਹੀ ਬਣਦੇ हैं। ਠੀਕ ਹੈ, ਇਹ ਸਨ ਕੈਪਟਨ ਮਹਾਰਾਜ ਸਿੰਘ ਉੱਪਲ ਜੀ, ਜਿਨ੍ਹਾਂ ਨੇ
ਐਮਰਜੈਂਸੀ ਦੇ ਸ਼ਾਰਟ ਸਰਵਿਸ ਸੇਵਾਵਾਂ ਦੇ ਤਹਿਤ ਜਿਹੜੀ ਸੇਵਾਵਾਂ ਦੇ ਚੁੱਕੇ ਨੇ ਸਰਹੱਦਾਂ ਦੇ ਵਿੱਚ, ਫੌਜਾਂ ਦੇ ਵਿੱਚ, ਤਿੰਨੇ ਸੈਨਾਵਾਂ ਦੇ ਵਿੱਚ, ਯਾਨੀ ਕਿ ਆਪਾਂ ਜਲ ਸੈਨਾ ਦੀ ਗੱਲ ਕਰੀਏ, ਥਲ ਸੈਨਾ ਦੀ ਗੱਲ ਕਰੀਏ ਜਾਂ ਹਵਾਈ ਸੈਨਾ ਦੀ ਗੱਲ ਕਰੀਏ, ਤਿੰਨੋਂ ਸੈਨਾਵਾਂ ਦੇ ਵਿੱਚ ਐਮਰਜੈਂਸੀ ਦੇ ਸ਼ਾਰਟ ਸਰਵਿਸ ਸੇਵਾਵਾਂ ਲਈਆਂ ਜਾਂਦੀਆਂ ਨੇ, ਦਿੱਤੀਆਂ ਜਾਂਦੀਆਂ ਨੇ। ਪਰ ਇਹਨਾਂ ਦਾ ਇਤਰਾਜ਼ ਹੈ ਕਿ ਸਾਡੀਆਂ ਸੇਵਾਵਾਂ ਰੈਗੂਲਰ ਫੌਜੀਆਂ ਦੇ ਮੁਤਾਬਕ ਨੇ ਸਾਰਿਆਂ ਦੇ, ਪਰ ਸਾਡੀਆਂ ਸਹੂਲਤਾਂ ਉਹਨਾਂ ਤੋਂ ਵੱਖਰੀਆਂ ਨੇ। ਅਤੇ ਦੂਸਰਾ, ਉਹਨਾਂ ਤੋਂ ਕੁਝ ਸਮੇਂ ਦੇ ਬਾਅਦ ਇਹਨਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ। ਪਹਿਲਾਂ ਇਹਨਾਂ ਦੀ ਇਸ ਫੈਸਿਲਿਟੀ ਸੀ ਕਿ IPS ਜਾਂ ਹੋਰ ਵੱਡੀਆਂ ਜਿਹੜੀਆਂ ਸੇਵਾਵਾਂ ਦੇ ਵਿੱਚ ਜਾ ਸਕਦੇ ਸੀ, ਹੁਣ ਉਹ ਵੀ ਸਹੂਲਤ ਨਹੀਂ ਹੈ, ਸਿਰਫ ਸਿਕਿਉਰਿਟੀ ਗਾਰਡ ਬਣ ਕੇ ਰਹਿ ਜਾਂਦੇ ਨੇ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ। ਇੱਕ ਤਾਂ ਦੁਖਾਂਤ ਹੋ ਗਿਆ ਸਮਾਜਿਕ ਜੀਵਨ ਦੇ ਵਿੱਚ, ਇੱਕ ਦੂਸਰਾ ਇਹਨਾਂ ਨੇ ਇੱਕ ਸਵਾਲ ਖੜਾ ਕੀਤਾ ਕਿ ਜੇ ਇਸ ਤਰ੍ਹਾਂ ਦਾ ਮੋਰਲ ਡਾਊਨ ਕਰਨ ਵਾਲਾ ਮਾਹੌਲ ਰਹੇਗਾ ਤਾਂ ਫੌਜ ਦੇ ਵਿੱਚ ਅਜਿਹੀਆਂ ਸੇਵਾਵਾਂ ਦੇਣ ਵਾਸਤੇ ਫਿਊਚਰ ਦੇ ਵਿੱਚ ਕੋਈ ਆਉਂਦਾ ਨਜ਼ਰ ਨਹੀਂ ਆਏਗਾ। ਇਸ ਲਈ ਡਿਫੈਂਸ ਮਿਨਿਸਟਰੀ ਨੂੰ ਖਾਸ ਕਰਕੇ ਇਹਨਾਂ ਨੇ ਕਿਹਾ ਕਿ ਜਿਹੜੇ ਫੌਜੀਆਂ ਦੇ ਜ਼ਿਆਦਾ ਪਰਵਰਦਗਾਰ ਮੰਨੇ ਜਾਂਦੇ ਨੇ ਜਾਂ ਹਮਾਇਤੀ ਮੰਨੇ ਜਾਂਦੇ ਨੇ, ਯਾਨੀ ਕਿ ਮੋਦੀ ਸਾਹਿਬ ਨੂੰ ਸਿੱਧਾ ਕਿਹਾ ਕਿ ਉਹਨਾਂ ਨੂੰ ਇਸ ਦੇ ਵਿੱਚ ਦਖਲ ਦੇ ਕੇ ਇਸ ਦੇ ਵਿੱਚ ਇਹ ਗੱਲ ਪੱਕੀਆਂ ਕਰਨੀਆਂ ਚਾਹੀਦੀਆਂ ਨੇ। ਫਿਰ ਉਹਨੇ ਹੋਰ ਦੋਸ਼ ਲਾਇਆ, ਅਰੁਣ ਜੇਤਲੀ ਜੋ ਪਹਿਲਾਂ ਸੀਗੇ ਉਹ ਕੁਛ ਐਸੀਆਂ ਗੱਲਾਂ ਕਰ ਗਏ ਨੇ ਤੇ ਜਿਹੜੀਆਂ ਇਹਨਾਂ ਲਈ ਨਕਾਰਾਤਮਕ ਰਹੀਆਂ ਨੇ, ਤੇ ਉਹਨਾਂ ਨੂੰ ਬਦਲ ਕੇ ਫਿਰ ਇਹਨੇ ਇੱਕ ਜ਼ਿਕਰ ਹੋਰ ਕੀਤਾ, ਚੰਡੀਗੜ੍ਹ ਦੇ ਵਿੱਚ ਲਾਗੂ ਹੈ, ਉਹੀ ਚੀਜ਼ ਰੀਸਟੋਰ ਕਰਨੀ ਚਾਹੀਦੀ ਹੈ। ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਡਿਫੈਂਸ ਮਿਨਿਸਟਰੀ ਜਾਂ ਪ੍ਰਧਾਨ ਮੰਤਰੀ ਮੋਦੀ ਇਹਨਾਂ ਦੀ ਗੱਲ 'ਤੇ ਕਿੰਨਾ ਅਸਰ ਕਰਦੇ ਨੇ। ਅਸੀਂ ਆਪਦੀ ਕੋਸ਼ਿਸ਼ ਦਰਸ਼ਕਾਂ ਸਾਹਮਣੇ ਰੱਖ ਦਿੱਤੀ ਹੈ। ਅਜਿਹੀਆਂ ਚਰਚਾਵਾਂ ਅਸੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ। ਜੇ ਸਾਡੀਆਂ ਕੋਸ਼ਿਸ਼ਾਂ ਦਰਸ਼ਕਾਂ ਨੂੰ ਠੀਕ ਲੱਗਦੀਆਂ ਨੇ, ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਤੇ ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।